Dear students, hope you all are fine. Today we will start with Plasmodium, and the species that we will study is Vivax. This is commonly known as malarial parasite. There are two terms, parasite and pathogen. Parasite is any organism that lives at the expense of other living organism. ਉਹ ਆਰਗੇਨਿਜ਼ਮ ਜਿਹੜਾ ਕਿਸੇ ਦੂਜੇ ਆਰਗੇਨਿਜ਼ਮ ਤੋਂ ਹੀ ਫੂਡ ਲੈਂਦਾ ਉਹਦੇ ਤੇ ਸਰਵਾਈਵ ਕਰਦਾ ਉਹਨੂੰ ਪੈਰਾਸਾਈਟ ਕਹਿੰਦੇ ਆ। ਜਿਹੜੇ ਆਰਗੇਨਿਜ਼ਮ ਤੇ ਉਹ ਸਰਵਾਈਵ ਕਰਦਾ ਉਸ ਨੂੰ ਹੋਸਟ ਕਹਿੰਦੇ ਆ। ਸੋ ਪਲਾਜ਼ਮੋਡੀਅਮ ਇੱਕ ਅਜਿਹਾ ਪੈਰਾਸਾਈਟ ਆ ਜਿਹੜਾ ਕਿ ਇੱਕ ਬਿਮਾਰੀ ਕਾਜ਼ ਕਰਦਾ ਜਿਸ ਨੂੰ ਅਸੀਂ ਮਲੇਰੀਆ ਕਹਿੰਦੇ ਆ। ਸੋ ਇਸ ਕਰਕੇ ਅਸੀਂ ਕੀ ਕਹਿੰਦੇ ਆ, ਪਲਾਜ਼ਮੋਡੀਅਮ ਇਜ਼ ਅ ਪੈਥੋਜਨ। ਸੋ ਪੈਥੋਜਨ ਇਜ਼ ਅ ਪੈਰਾਸਾਈਟ ਵਿਚ ਕੈਨ ਕਾਜ਼ ਅ ਡਿਜ਼ੀਜ਼। Plasmodium vivax is cosmopolitan. Cosmopolitan means it occurs everywhere, but it is more common in the warmer parts. It has two hosts. It completes its life cycle in two hosts. That's why we say its life history is digenetic. So ਦੋ host ਹੋਣੇ ਦੇ ਕਿਹੜੇ ਨੇ? ਇੱਕ ਮੈਨ ਆ, ਇੱਕ ਮੋਸਕੀਟੋ ਆ। ਮੈਨ ਦੇ ਵਿੱਚ ਇਸ ਦੀ ਏਸੈਕਸ਼ੁਅਲ ਫੇਜ਼ ਹੁੰਦੀ ਆ ਔਰ ਮੈਨ ਦੇ ਵਿੱਚ ਇਸ ਦੇ ਕਾਰਨ ਮਲੇਰੀਆ ਹੁੰਦਾ ਵਾ। ਕਿਉਂਕਿ ਮੈਨ 'ਚ ਏਸੈਕਸ਼ੁਅਲ ਫੇਜ਼ ਹੁੰਦੀ ਆ, ਮੈਨ ਨੂੰ ਅਸੀਂ ਸੈਕੰਡਰੀ ਹੋਸਟ ਕਹਿੰਦੇ ਆ। ਮੋਸਕੀਟੋ ਦੇ ਵਿੱਚ ਇਸ ਦੀ ਸੈਕਸ਼ੂਅਲ ਫੇਜ਼ ਹੁੰਦੀ ਆ, ਇਸ ਕਰਕੇ ਅਸੀਂ ਕਹਿੰਦੇ ਆ ਕਿ ਮੋਸਕੀਟੋ ਇਜ਼ ਇਟਸ ਪ੍ਰਾਇਮਰੀ ਹੋਸਟ ਔਰ ਮੋਸਕੀਟੋ ਲਈ ਇਹ ਹਾਰਮਲੈਸ ਆ। ਓਨਲੀ ਫੀਮੇਲ ਐਨਾਫਿਲੀਜ਼ ਮੋਸਕੀਟੋ ਐਕਟਸ ਐਜ਼ ਇਟਸ ਪ੍ਰਾਇਮਰੀ ਹੋਸਟ। ਮੇਲ ਆ ਜਿਹੜਾ ਉਹਦੇ ਵਿੱਚ ਪਲਾਜ਼ਮੋਡੀਅਮ ਨਹੀਂ ਹੁੰਦਾ ਕਿਉਂਕਿ ਮੇਲ ਪਲਾਂਟ ਸੈਪ 'ਤੇ ਫੀਡ ਕਰਦਾ। ਫੀਮੇਲ ਐਨਾਫਿਲੀਜ਼ ਮੋਸਕੀਟੋ ਐਗ ਲੇ ਕਰਨ ਤੋਂ ਪਹਿਲਾਂ ਬਲੱਡ ਮੀਲ 'ਤੇ ਸਰਵਾਈਵ ਕਰਦੀ ਆ। ਸੋ ਹੁਣ ਸਭ ਤੋਂ ਪਹਿਲਾਂ ਫੀਮੇਲ ਐਨਾਫਿਲੀਜ਼ ਅਤੇ ਮੇਲ ਐਨਾਫਿਲੀਜ਼ ਨੂੰ ਅਸੀਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹਾਂ। ਫੀਮੇਲ ਐਨਾਫਿਲੀਜ਼ ਮੋਸਕੀਟੋ ਦੇ ਜਿਹੜੇ ਇੱਕ ਮਾਊਥ ਪਾਰਟਸ ਨੇ ਜਿਹਨੂੰ ਅਸੀਂ ਐਂਟੀਨਾ ਕਹਿੰਦੇ ਆ, ਉਹ ਲੈਸ ਹੇਅਰੀ ਹੁੰਦੇ ਆ, ਉਹਦੇ 'ਤੇ ਘੱਟ ਹੇਅਰ ਹੁੰਦੇ ਆ ਐਜ਼ ਕੰਪੇਅਰ ਟੂ ਦਾ ਮੇਲ। ਇੱਕ ਹੋਰ ਜੀਨਸ ਆ ਇਹਦਾ ਮੋਸਕੀਟੋ ਦਾ ਜਿਹੜਾ ਕਿ ਆਮ ਕਾਮਨ ਆ, ਵਿਚ ਇਜ਼ ਕਿਊਲੈਕਸ। ਕਿਊਲੈਕਸ ਅਤੇ ਐਨਾਫਿਲੀਜ਼ ਨੂੰ ਤੁਸੀਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹੋ? ਕਿਊਲੈਕਸ ਜਦੋਂ ਸਰਫੇਸ 'ਤੇ ਬਹਿੰਦਾ ਹਮੇਸ਼ਾ ਪੈਰਲਲ ਬਹਿੰਦਾ, ਐਨਾਫਿਲੀਜ਼ ਇੱਕ ਐਂਗਲ ਬਣਾ ਕੇ ਬੈਠਦਾ ਵਾ। ਸੋ ਦਿਸ ਇਜ਼ ਦਾ ਡਿਫਰੈਂਸ। ਉਹ ਪੈਰਲਲ ਬੈਠੂਗਾ, ਐਨਾਫਿਲੀਜ਼ ਐਂਗਲ ਬਣਾਊਗਾ ਔਰ ਐਨਾਫਿਲੀਜ਼ ਦੇ ਜਿਹੜੇ ਵਿੰਗਸ ਹੁੰਦੇ ਆ ਦੇ ਆਰ ਸਪੋਟਡ ਵਿੰਗਸ। ਸੋ ਓਨਲੀ ਫੀਮੇਲ ਐਨਾਫਿਲੀਜ਼ ਮੋਸਕੀਟੋ ਐਕਟਸ ਐਜ਼ ਦਾ ਪ੍ਰਾਇਮਰੀ ਹੋਸਟ ਆਫ ਪਲਾਜ਼ਮੋਡੀਅਮ। So as I have told you, its life history is digenetic because it involves two generations, asexual and sexual, and it also involves two hosts. So life history is divided into three phases: Schizogony, Gamogony, Sporogony. Schizogony ਕੀ ਆ? Phase of growth ਜਿਹਦੇ 'ਚ ਪੈਰਾਸਾਈਟ ਨੇ grow ਕਰਨਾ, ਤੇ asexual phase ਆ, asexual multiplication ਹੋਣੀ ਆ। ਇਹ ਸਟੇਜ ਆ ਜਿਹੜੀ ਇਹ ਆਦਮੀ 'ਚ ਹੁੰਦੀ ਆ, ਇਟ ਅਕਰਸ ਇਨ ਮੈਨ। ਗੈਮੋਗੋਨੀ ਪੈਰਾਸਾਈਟ ਦੀ ਸੈਕਸ਼ੂਅਲ ਫੇਜ਼ ਆ, ਇਹ ਮੈਨ 'ਚ ਸਟਾਰਟ ਹੁੰਦੀ ਆ ਬਟ ਇਟ ਇਜ਼ ਕੰਪਲੀਟਡ ਇਨ ਮੋਸਕੀਟੋ। ਸਪੋਰੋਗੋਨੀ ਫਿਰ ਏ ਸੈਕਸ਼ੂਅਲ ਫੇਜ਼ ਆ, ਇਹ ਤੁਹਾਡੀ ਬੁੱਕ 'ਚ ਗਲਤ ਪ੍ਰਿੰਟ ਹੋਇਆ ਇਟ ਇਜ਼ ਏ ਸੈਕਸ਼ੂਅਲ ਫੇਜ਼, ਇਟ ਅਕਰਸ ਇਨ ਮੋਸਕੀਟੋ। ਸੋ ਤਿੰਨ ਸਟੇਜਸ ਦੇ ਵਿੱਚ ਅਸੀਂ ਇਸ ਦੀ ਲਾਈਫ ਹਿਸਟਰੀ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸ਼ਾਈਜੋਗੋਨੀ ਪੜ੍ਹਾਂਗੇ। ਸ਼ਾਈਜੋਗੋਨੀ ਅੱਗੇ ਫਰਦਰ ਦੋ ਸਬ ਸਟੇਜਸ ਦੇ ਵਿੱਚ ਡਿਵਾਈਡ ਹੁੰਦੀ ਆ, that is exerythrocytic ਸ਼ਾਈਜੋਗੋਨੀ, ਅਰੀਥਰੋਸਿਟਿਕ। ਅਰੀਥਰੋਸਿਟਿਕ ਮੀਨਸ RBC। ਉਹ ਪਾਰਟ ਸ਼ਾਈਜੋਗੋਨੀ ਦਾ ਜਿਹੜਾ RBCs 'ਚ ਹੁੰਦਾ ਉਹਨੂੰ ਅਸੀਂ ਅਰੀਥਰੋਸਿਟਿਕ ਸ਼ਾਈਜੋਗੋਨੀ ਕਹਿੰਦੇ ਆ। ਐਕਸਰੀਥਰੋਸਿਟਿਕ ਮੀਨਸ RBC ਤੋਂ ਬਾਹਰ, ਇਟ ਅਕਰਸ ਇਨ ਲਿਵਰ ਸੈਲਸ। ਸੋ ਇਹ ਪਾਰਟ ਆ ਜਿਹੜਾ ਲਾਈਫ ਸਾਈਕਲ ਦਾ ਇਹ ਲਿਵਰ ਸੈਲਸ ਦੇ ਵਿੱਚ ਹੁੰਦਾ ਵਾ। ਐਕਸਰੀਥਰੋਸਿਟਿਕ ਸ਼ਾਈਜੋਗੋਨੀ ਦੀਆਂ ਦੋ ਫਿਰ ਸਬ ਸਟੇਜਸ ਆ, ਜਦੋਂ ਅਸੀਂ ਇਹਦਾ ਲਾਈਫ ਸਾਈਕਲ ਕਰਾਂਗੇ ਥੀਸ ਟਰਮਸ ਵਿਲ ਬੀ ਵੈਰੀ ਕਲੀਅਰ ਟੂ ਯੂ। ਉਹ ਪਾਰਟ ਐਕਸੋਰੀਥਰੋਸਿਟਿਕ ਸ਼ਾਈਜੋਗੋਨੀ ਦਾ ਜਿਹੜਾ ਕਿ ਦੋਨੋਂ ਲਿਵਰ ਸੈਲਸ 'ਚ ਹੋਣਗੀਆਂ, ਪਰ ਉਹ ਪਾਰਟ ਜਿਹੜਾ ਲਿਵਰ ਸੈਲਸ 'ਚ ਹੁੰਦਾ ਪਰ ਕੰਪਲੀਟ ਹੋ ਜਾਂਦਾ ਜਦੋਂ ਤੱਕ ਪੈਰਾਸਾਈਟ ਆ ਜਿਹੜਾ ਅਜੇ RBC 'ਚ ਐਂਟਰ ਨਹੀਂ ਕੀਤਾ। ਸੋ ਇਸ ਨੂੰ ਅਸੀਂ ਕੀ ਕਹਤਾ? ਪ੍ਰੀ ਐਰੀਥਰੋਸਿਟਿਕ ਫੇਜ਼ ਆਫ ਐਕਸਰੀਥਰੋਸਿਟਿਕ ਸ਼ਾਈਜੋਗੋਨੀ। ਉਹ ਪਾਰਟ ਸ਼ਾਈਜੋਗੋਨੀ ਦਾ ਜਾਂ ਐਕਸਰੀਥਰੋਸਿਟਿਕ ਸ਼ਾਈਜੋਗੋਨੀ ਦਾ ਜਿਹੜਾ ਕੰਪਲੀਟ ਹੁੰਦਾ after the entry of parasite into RBC, that part is known as post-erythrocytic phase of exerythrocytic shygogony. So it will be clear to you. So now just see, first of all we are starting with shygogony. Shygogony starts with how man gets infection. Man gets infection with the bite of infected Anopheles mosquito. So ਇੱਕ infected Anopheles mosquito ਜਿਹਦੇ 'ਚ parasite present ਨੇ, ਉਹ ਜਦੋਂ ਹਿਊਮਨ ਬੀਇੰਗਸ ਨੂੰ ਬਾਈਟ ਕਰਦੀ ਆ ਬਲੱਡ ਮੀਲ ਲੈਣ ਲਈ ਤਾਂ ਉਹ ਆਪਣੇ ਮਾਊਥ ਪਾਰਟਸ ਆ ਜਿਹੜੇ ਜਿਹਦੇ 'ਚ ਪ੍ਰੋਬੋਸਸ ਐਂਟੀਨਾ ਉਹ ਇੰਜੈਕਟ ਕਰ ਦਿੰਦੀ ਆ ਇਨਟੂ ਦਾ ਸਕਿਨ ਆਫ ਮੈਨ।
सो ब्लड खिंचण वेले वो एक ड्रॉप सलाइवा दी दे दिंदी आ ताकि ब्लड क्लॉट ना करे। दिस ड्रॉप ऑफ सलाइवा एक्चुअली कंटेन्स द पैरासाइट्स। देर आर नियरली 1000 पैरासाइट्स इन वन ड्रॉप ऑफ सलाइवा। सो इन्हां पैरासाइट नूं असीं की कहने आ स्पोरोजोइट। सो हर एक स्पोरोजोइट बहुत छोटा हुंदा, इट इज़ अबाउट 15 मिली माइक्रोन इन साइज़। इट इज़ स्लाइटली कर्वड एंड इट हैज़ सिकल लाइक बॉडी। दाती वर्गी इहदी शेप हुंदी आ। It is covered externally by means of elastic cuticle and in the center there is present nucleus. These parasites, they remain in blood for about half an hour. After half an hour they enter into the liver cells. So when the parasite enters into liver cell, first of all it rounds off. A gold shape da ban janda. We call it as cryptozoite. Cryptozoite absorbs फूड थ्रू इट्स जर्नल सरफेस। लिवर सैल तो फूड अब्जॉर्ब करी जाता एंड इट बिकम्स फुली ग्रोन। ये अपना पूरा साइज अटेन कर लेंदा। फुली ग्रोन क्रिप्टोजोइट इज़ नोन एज शाईजॉन्ट। इसनूं असीं की टर्म दिंदे आ शाईजॉन्ट। शाईजॉन्ट अंडरगोज मल्टीपल फिशन, जिवें तुसीं अमीबा च पढ़ी आ। सो न्यूक्लियस विल डिवाइड एंड रीडिवाइड टू फॉर्म लार्ज नंबर ऑफ डॉटर न्यूक्लियाई। हर एक डॉटर न्यूक्लियस के आले दुआले थोड़ी थोड़ी साइटोप्लाज्म आ जिहड़ी इकट्ठी हो जाऊगी and the complete structure will be covered by plasma membrane. So ਜਿਹੜੇ parasites ਬਣਨਗੇ ਉਹਨਾਂ ਨੂੰ ਅਸੀਂ ਕੀ ਕਹਾਂਗੇ? cryptomerozoites. So nearly 1000 cryptomerozoites, they are formed in one liver cell. So membrane of the liver cell and the membrane of Schizont breaks and cryptomerozoites, they are released in the liver cells, in the sinusoids of the liver cell. Sinusoids, these are the blood capillaries with ill-defined walls. So liver cell टुटिया, ये क्रिप्टोमीरोजोइट्स 1000 आ जिहड़े रिलीज़ हो गए। हर एक क्रिप्टोमीरोजोइट ने एक होर नवां लिवर सैल आ जिहड़ा उहदे ते अटैक करता। सो नाउ दिस क्रिप्टोमीरोजोइट आफ्टर अटैकिंग अ फ्रैश लिवर सैल अगेन राउंड्स ऑफ। ਇੱਥੇ ਆਪਾਂ ਨਾਮ ਯੂਜ਼ ਕੀਤਾ ਸੀ ਕ੍ਰਿਪਟੋਜ਼ੋਇਟ, ਇੱਥੇ ਆਪਾਂ ਕੀ ਕਹਿ ਦਾਂਗੇ? ਮੈਟਾ ਟਰਮ ਮੂਰੇ ਯੂਜ਼ ਕਰ ਲਾਂਗੇ, ਮੈਟਾ ਕ੍ਰਿਪਟੋਜ਼ੋਇਟ। ਕੁਛ ਮੁਸ਼ਕਿਲ ਨਹੀਂ ਹੈ। ਸੋ ਕ੍ਰਿਪਟੋਜ਼ੋਇਟ, ਮੈਟਾ ਕ੍ਰਿਪਟੋਜ਼ੋਇਟ। ਮੈਟਾ ਕ੍ਰਿਪਟੋਜ਼ੋਇਟ grows in size by absorbing food from the liver cell. Fully grown meta cryptozoite is known as Schizont again. Again this Schizont undergoes multiple fission. ਜਿਵੇਂ ਇੱਥੇ ਮਲਟੀਪਲ ਫਿਸ਼ਨ ਹੋਈ ਸੀ ਉਵੇਂ ਇੱਥੇ ਮਲਟੀਪਲ ਫਿਸ਼ਨ ਹੋ ਰਹੀ ਆ। So nearly 64 to 1000 parasites they are formed. ਇੱਥੇ ਆਪਾਂ ਇਹਨਾਂ ਨੂੰ ਕਿਹਾ ਸੀ ਕ੍ਰਿਪਟੋਮੀਰੋਜ਼ੋਇਟ, ਇੱਥੇ ਹੁਣ ਨਾਮ ਕੀ ਦੇ ਦਾਂਗੇ? ਮੈਟਾ ਕ੍ਰਿਪਟੋਮੀਰੋਜ਼ੋਇਟ। So 64 to 1000 meta cryptomerozoites they are formed, but their size vary. Some of them, they are larger in size. We call them as macro meta cryptomerozoite. Greater number of them, they are smaller in size. We call them as ਮਾਈਕਰੋ ਮੈਟਾ ਕ੍ਰਿਪਟੋਮੀਰੋਜ਼ੋਇਟਸ। ਸੋ ਹੁਣ ਦੋ ਤਰ੍ਹਾਂ ਦੇ ਮੈਟਾ ਕ੍ਰਿਪਟੋਮੀਰੋਜ਼ੋਇਟਸ ਬਣ ਗਏ, ਛੋਟੇ ਤੇ ਵੱਡੇ। ਛੋਟੇ ਆ ਜਿਹੜੇ ਉਹ RBC ਤੇ ਅਟੈਕ ਕਰਨਗੇ, ਵੱਡੇ ਨੇ ਜਿਹੜੇ ਉਹ ਫਿਰ ਲਿਵਰ ਸੈੱਲ ਨੂੰ ਅਟੈਕ ਕਰਨਗੇ। ਸੋ ਮੈਕਰੋ ਮੈਟਾ ਕ੍ਰਿਪਟੋਮੀਰੋਜ਼ੋਇਟ ਅਗੇਨ ਅਟੈਕਸ ਦ ਲਿਵਰ ਸੈੱਲ, ਅਗੇਨ ਇਟਸ ਬੋਡੀ ਰਾਊਂਡਸ ਆਫ, ਅਗੇਨ ਇਟ ਅੰਡਰਗੋਜ਼ ਮਲਟੀਪਲ ਫਿਸ਼ਨ ਐਂਡ ਫਾਰਮਸ ਪੈਰਾਸਾਈਟ। ਸੋ ਹੁਣ ਦੇਖੋ ਆਹ ਪਾਰਟ ਆ ਜਿਹੜਾ ਲਾਈਫ ਸਾਈਕਲ ਦਾ, ਪਹਿਲਾਂ ਤਾਂ ਹੈ ਕਿ ਇਹ ਸਾਰੀ ਸ਼ਾਈਜੋਗੋਨੀ ਆ। एक पार्ट हो गया जिहड़ा कि लिवर सैल्स दे विच हो रहा। सो इस नूं असीं कहांगे एक्स एरिथ्रोसिटिक शाइजोगोनी। आ जिहड़ा है ये RBCs च हो रहा, दिस इज़ एरिथ्रोसिटिक शाइजोगोनी। पर आ पार्ट आ जिहड़ा एक्स एरिथ्रोसिटिक शाइजोगोनी दा कंप्लीट हो गया बिफोर दी एंट्री ऑफ पैरासाइट इनटू द RBC। हजे RBC च नहीं पैरासाइट एंटर कीता सी। सो इसे करके इस नूं असीं किहड़ी फेज़ कहने आ? प्री एरिथ्रोसिटिक फेज़ ऑफ एक्स एरिथ्रोसिटिक शाइजोगोनी। RBC च एंटर करन तो पहला पार्ट लाइफ साइकिल का जिहड़ा कि लिवर सैल्स दे विच कंप्लीट होया। आ पार्ट कंप्लीट होया आफ्टर दी एंट्री ऑफ पैरासाइट इनटू द RBC। इस नूं असीं कहांगे पोस्ट एरिथ्रोसिटिक फेज़ ऑफ एक्स एरिथ्रोसिटिक शाइजोगोनी। सो दिस पार्ट इज कंप्लीटेड आफ्टर दी एंट्री ऑफ पैरासाइट इनटू द RBC. So now we start with एरिथ्रोसिटिक शाइजोगोनी। साढ़े